परम सत्कारयोग सतगुरां दी साजी अते नवाजी हुई गुरु रूप साध संगत जी, जितने भी माई भाई अमृत वेले सतगुरु गुरु ग्रंथ साहिब महाराज जियां दी पवित्र हजूरी दे विच हाजरियां लवा रहे हों, वडभागे हों गुरमुखो, जिन्हां ने अमृत वेले उठना कीता। जाग लिहो रे मना जाग लिहो, कहाँ गाफल सोया। जो तन उपजया संग ही, सो पी संग ना होया। जागना जागन नीका, हर कीरतन मैं जागना। साहिब श्री गुरु ग्रंथ साहिब महाराज जी संगतां नूं संबोधन करते हैं। गुरमुख प्यारिओ, जागना भला तुहाडा। बड़ा सुंदर है जागना अमृत वेले दा, पर जे तुसीं गुरु दी कीर्ति करन वास्ते जागदे हो, गुरु दे दर्शन करन वास्ते जागदे हो, सिमरन करन वास्ते जागदे हो, फिर तुहाडा जागना बड़ा सुंदर है। सतगुरु जी, जे मनुख जागदा जरूर है, सिमरन नहीं करदा, बाणी नहीं पढ़दा, ते फिर जागण दा की फायदा है। फिर सतगुरु जी कहंदे बुरे काम को उठ खलोया। अमृत वेले तो भी पहले ही जाग पिया। पहली गल तां नींद ही नहीं आउंदी जदों बुरा कर्म करना होवे इंसान ने, वो भी जागना ही है। बुरे काम को उठ खलोया, नाम की वेला पै पै सोया। अवसर अपना बूझ इहाना। इयाणे भुले हुए इंसान, जे तू जागना ही है तां बुरे कर्म करन वास्ते ना जाग। जे तू बुरे कर्मां वास्ते जागदा है तां तेरा जागना निष्फल है, किसी कम नहीं है। हो सकदा है वो तेरा जागना तेरे परिवार नूं मुसीबत दे विच पा सकदा है। एक तेरा अमृत वेले दा जागना जिहड़ा तेरे परिवार नूं सत्कार दिवा सकदा है। लोक कहण कि हाँ कि तुहाडा भाई कोई भी प्रेमी लड़का लड़की जागदे ने, तुहाडा बजुर्ग जागदा है पर अमृत वेले जागदा है, बड़ी चंगी गल है। सातों तां भाई जागया नहीं जांदा। तुहाडा कोई चंगा कर्म कीता होया है जो तुसीं अमृत वेले जागदे हो, सत्कार मिलदा है। ते दूसरे पासे सतगुरु जी कहते बुरे काम को उठ खलोया। तू बुरे काम करन वास्ते जागना कीता, उहदे विच तैनूं सारियां ने बुरा कहा कि भाई आपदे मुंडे नूं कहो इहदे नालों तां होर 2-4 घंटे सौ लिया करे। जे उठ के बुरे ही काम करने ने की फायदा है। किसी समय तुसी सारा परिवार की भी विहड़ा बन्नी दा मरवा दिओगे।
ਬੁਰਾ ਕਰਮ ਕਰਦਾ ਪੁੱਛ-ਗਿੱਛ ਸਾਰਿਆਂ ਤੋਂ ਹੁੰਦੀ ਹੈ। ਤੁਹਾਨੂੰ ਪਤਾ ਸੀ, ਤੁਸੀਂ ਕਿਉਂ ਨਹੀਂ ਦੱਸਿਆ? ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਜੇ ਭਾਈ ਤੂੰ ਅੰਮ੍ਰਿਤ ਵੇਲੇ ਜਾਗਦਾ ਹੈ ਤਾਂ ਤੇਰਾ ਜਾਗਣਾ ਨਿੱਕੈ ਭਾਵ ਸੁੰਦਰ ਹੈ, ਜੇ ਤੂੰ ਗੁਰੂ ਵਾਸਤੇ ਜਾਗਦਾ ਹੈ। ਸੋ ਇਸ ਕਰਕੇ ਸੱਜਣੋ, ਅੰਮ੍ਰਿਤ ਵੇਲੇ ਜਾਗੇ ਹੋ, ਫਿਰ ਗੁਰੂ ਚਰਨਾਂ ਦੇ ਵਿੱਚ ਪਹੁੰਚੇ ਹੋ, ਫਿਰ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਐ ਸਤਿਗੁਰੂ ਆਪ ਜੀਆਂ ਦੇ ਦਰਸ਼ਨ ਕੀਤੇ, ਮੇਰਾ ਜੀਵਨ ਸੁਭਾਗਾ ਹੋ ਗਿਆ, ਪੂਰਨ ਕਰਮ ਹੋਏ ਪ੍ਰਭ ਮੇਰਾ। ਜਿਹੜਾ ਮੇਰਾ ਕਰਮ ਹੈ, ਮੈਂ ਸੰਸਾਰ ਤੇ ਆਇਆ। ਸਤਿਗੁਰੂ ਗਰੀਬ ਨਿਵਾਸ ਸੱਚਾ ਪਾਤਸ਼ਾਹ ਕਹਿੰਦੇ, ਤੈਨੂੰ ਹੁਕਮ ਹੈ ਇਨਸਾਨ ਸਭ ਤੋਂ ਪਹਿਲਾ ਸਿਫਤ, ਦੂਜੇ ਸਬੂਰੀ, ਤੀਜੇ ਹਲੇਮੀ, ਚੌਥੇ ਖੈਰੀ। ਪਹਿਲਾਂ ਸਿਫਤ ਸਲਾਹ ਕਰਨੀ, ਪਹਿਲੇ ਪਹਿਰ ਉੱਠਣਾ, ਸਿਫਤ ਸਲਾਹ ਕਰਨੀ, ਪਹਿਲਾਂ ਸਿਫਤ, ਦੂਜੇ ਸਬੂਰੀ, ਸਬਰ ਮੰਗਣਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ, ਭਾਈ ਸਬਰ ਮੰਗ, ਸਤਿਗੁਰੂ ਜੀ ਸਬਰ ਬਖਸ਼ਿਸ਼ ਕਰਿਓ, ਜੋ ਆਪ ਜੀ ਦੇ ਰਹੇ ਹੋ, ਪਰ ਮਿਹਨਤ ਦਾ ਫਲ ਪੂਰਾ ਮਿਲਦਾ ਹੋਵੇ ਗੁਰਮੁਖ ਪਿਆਰਿਓ। ਜੇ ਹੁਣ ਮਿਹਨਤ ਤੇ ਕੋਈ ਸਾਡੀ ਦੱਬੀ ਜਾ ਰਿਹਾ, ਅਸੀਂ ਫਿਰ ਵੀ ਕਹੀਏ ਵੀ ਸਬਰ ਕਰੀਏ, ਫਿਰ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਨਹੀਂ, ਫਿਰ ਆਪਦੇ ਹੱਕ ਦੇ ਵਿੱਚ ਤੈਨੂੰ ਆਵਾਜ਼ ਵੀ ਉਠਾਉਣੀ ਚਾਹੀਦੀ ਹੈ। ਜੇ ਤੂੰ ਆਪਦੀ ਆਵਾਜ਼ ਨਹੀਂ ਉਠਾ ਸਕਦਾ ਤਾਂ ਵੀ, ਕਿਉਂਕਿ ਪਾਪ ਕਰਨਾ ਬੜਾ ਮਾੜਾ ਹੈ, ਸਹਿਣਾ ਉਦੋਂ ਵੀ ਮਾੜਾ ਹੈ। ਸਮਾਂ ਆਵੇ ਤੇ ਸਮਾਂ ਆਏ ਤੇ ਆਪਦੀ ਆਵਾਜ਼ ਰੱਖ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ, ਦੂਜੇ ਸਬੂਰੀ, ਤੀਜੇ ਹਲੇਮੀ। ਹਲੇਮੀ ਭਾਵ ਪਿਆਰ ਦੇ ਨਾਲ ਰਹਿਣਾ। ਐ ਭਗਵਾਨ, ਐ ਅਕਾਲ ਪੁਰਖ ਵਾਹਿਗੁਰੂ, ਮੈਨੂੰ ਹਲੇਮੀ ਬਖਸ਼ੀ, ਭਾਵ ਨਿਮਰਤਾ ਬਖਸ਼ੀ। ਮੈਂ ਨਿਮਰਤਾ ਦੇ ਵਿੱਚ ਰਹਾਂ, ਮੈਂ ਤੇਰੀ ਬਣਾਈ ਹੋਈ ਮਨੁੱਖਤਾ ਦੇ ਨਾਲ ਪਿਆਰ ਕਰਾਂ। ਜਿੰਨੀ ਵੀ ਤੈਂ ਸ੍ਰਿਸ਼ਟੀ ਸਾਜੀ ਹੈ, ਜਿਹੜੀ ਮੇਰੀ ਦ੍ਰਿਸ਼ਟੀ ਹੈ, ਤੇਰੀ ਸਾਜੀ ਹੋਈ ਸ੍ਰਿਸ਼ਟੀ ਦੀ ਮੈਂ ਸਿਫਤ ਸਲਾਹ ਕਰਾਂ, ਸਭ ਦੇ ਨਾਲ ਪਿਆਰ ਕਰਾਂ, ਮਨੁੱਖਤਾ ਦੇ ਨਾਲ ਪਿਆਰ ਕਰਾਂ, ਤੇਰੇ ਬਣਾਏ ਹੋਏ ਜੀਵ ਜੰਤੂ ਨੇ ਉਹਨਾਂ ਦੇ ਨਾਲ ਪਿਆਰ ਕਰਾਂ, ਬਨਸਪਤੀ ਹੈ ਇਹਨਾਂ ਦੇ ਨਾਲ ਪਿਆਰ ਕਰਾਂ। ਇਹ ਧਰਤੀ ਸਾਜੀ ਹੈ ਜਿਸ ਤੇ ਅਸੀਂ ਰਹਿ ਰਹੇ ਹਾਂ, ਮੈਂ ਇਸ ਦਾ ਵੀ ਸਤਿਕਾਰ ਕਰਾਂ। ਇਸੇ ਕਰਕੇ ਪਾਤਸ਼ਾਹ ਨੇ ਕਿਹਾ ਨਾ ਕਿ ਪੌਣ ਗੁਰੂ, ਹਵਾ ਸਾਡਾ ਗੁਰੂ ਹੈ। ਆ ਜੋ ਸਵਾਸ ਹੈ ਇਹ ਵੀ ਇੱਕ ਹਵਾ ਹੀ ਹੈ। ਪੌਣ ਗੁਰੂ, ਪਾਣੀ ਪਿਤਾ, ਪਾਣੀ ਤੋਂ ਬਿਨਾਂ ਜੀਵਨ ਨਹੀਂ ਹੈ ਗੁਰਮੁਖ ਪਿਆਰਿਓ। ਅੱਜ ਕਿੰਨੀ ਹਾਹਾਕਾਰ ਮੱਚੀ ਪਈ ਹੈ ਸਰਕਾਰਾਂ ਦੇ ਵਿੱਚ, ਲੋਕਾਂ ਦੇ ਵਿੱਚ, ਦਰਬਾਰਾਂ ਦੇ ਵਿੱਚ। ਦੇਖਿਆ ਗੁਰਮੁਖ ਪਿਆਰਿਓ, ਅੱਜ ਰਾਜਸਥਾਨ ਕੰਨੀ ਜਾ ਕੇ ਟੱਪ ਜੋ ਕੇਰਾ, ਕੋਈ ਵੀ ਪੰਜਾਬ ਦਾ ਬਾਰਡਰ ਟੱਪ ਜੋ, ਪਾਣੀ ਮੁੱਲ ਮਿਲਣਾ ਸ਼ੁਰੂ ਹੋ ਜਾਂਦਾ। ਚਾਹ ਸਸਤੀ ਮਿਲ ਜਾਵੇਗੀ ਪਰ ਪਾਣੀ ਮਹਿੰਗਾ ਮਿਲੇਗਾ। ਪਰ ਅੱਜ ਦੁਰਭਾਗ ਹੈ, ਅਸੀਂ ਗੁਰਬਾਣੀ ਤੋਂ ਦੂਰ ਚਲੇ ਗਏ, ਗੁਰੂ ਤੋਂ ਦੂਰ ਚਲੇ ਗਏ। ਤੇ ਜਦੋਂ ਗੁਰੂ ਤੋਂ ਦੂਰ ਹੀ ਚਲੇ ਗਏ ਤਾਂ ਗੁਰਮੁਖ ਪਿਆਰਿਓ, ਅਸੀਂ ਗੁਰੂ ਦੇ ਬਚਨ ਕਿਵੇਂ ਸੁਣਾਂਗੇ? ਗੱਲ ਤਾਂ ਸੁਣੂ ਨਾ ਸਾਡੇ ਪਿਤਾ ਦੀ, ਜੇ ਅਸੀਂ ਪਿਤਾ ਦੇ ਕੋਲੇ ਰਹਾਂਗੇ। ਜੇ ਹੁਣ ਪਿਤਾ ਦੇ ਕੋਲੇ ਜਾਣਾ ਹੀ ਨਹੀਂ, ਪਿਤਾ ਦੇ ਨਾਲ ਬੈਠ ਕੇ ਕੋਈ ਗੱਲਬਾਤ ਹੀ ਨਹੀਂ ਕਰਨੀ, ਤਾਂ ਸਾਨੂੰ ਜੀਵਨ ਬਾਰੇ ਪਤਾ ਕੀ ਲੱਗੂ? ਤਜਰਬਾ ਤਾਂ ਸਾਡੇ ਪਿਤਾ ਦਾ ਨਾ, ਸਾਨੂੰ ਸਾਡਾ ਪਿਓ ਦੱਸੂਗਾ ਕਿ ਮੈਂ ਕਿਸ ਤਰ੍ਹਾਂ ਜ਼ਿੰਦਗੀ ਗੁਜ਼ਾਰੀ ਤੇ ਕਿਸ ਤਰ੍ਹਾਂ ਜ਼ਿੰਦਗੀ ਗੁਜ਼ਾਰਨੀ ਹੈ। ਜਦੋਂ ਅਸੀਂ ਪਿਤਾ ਦੀ ਗੱਲ ਹੀ ਨਹੀਂ ਸੁਣੀ ਤੇ ਸਾਨੂੰ ਗਿਆਨ ਕਿੱਥੋਂ ਹੋਣਾ ਹੈ? ਗੁਰਦੇਵ ਮਾਤਾ, ਪਹਿਲਾ ਗੁਰੂ ਮਾਂ, ਦੂਸਰਾ ਗੁਰੂ ਪਿਤਾ, ਗੁਰਦੇਵ ਪਿਤਾ। ਹੁਣ ਪਿਤਾ ਦੀ ਤਾਂ ਅਸੀਂ ਗੱਲ ਹੀ ਸੁਣਨੀ ਖਤਮ ਕਰ ਦਿੱਤੀ। ਭਾਵ ਸਾਡਾ ਪਿਤਾ ਕੌਣ ਹੈ?
ਧਾਰਮਿਕ ਪੱਖ ਤੋਂ ਜਿੱਥੋਂ ਸਾਨੂੰ ਪਰਮਾਰਥ ਗਿਆਨ ਮਿਲਣਾ, ਆਪਦੇ ਬਾਰੇ ਜਿਹੜਾ ਸਾਨੂੰ ਗਿਆਨ ਮਿਲਣਾ ਉਹ ਮਿਲਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ, ਜਿਹੜਾ ਪਰਮਾਰਥਕ ਰੂਪੀ ਗਿਆਨ ਹੈ। ਗੁਰਮੁਖ ਪਿਆਰਿਓ, ਹੁਣ ਸਤਿਗੁਰੂ ਜੀ ਕਹਿੰਦੇ ਪਾਣੀ ਪਿਤਾ ਗੁਰਮੁਖ ਪਿਆਰਿਆ, ਤੇਰਾ ਪਾਣੀ ਜੀਵਨ ਹੈ, ਪਾਣੀ ਤੋਂ ਬਿਨਾ ਜੀਵਨ ਨਹੀਂ ਹੈ। ਹੁਣ ਅਸੀਂ ਇੰਨੀ ਦੁਰਵਰਤੋਂ ਕਿਉਂ ਕਰਤੀ? ਮਨੁੱਖ ਪਰੇ ਹੋ ਗਿਆ ਗੁਰੂ ਤੋਂ, ਸਮਝ ਸੋਚ ਆਪ ਦੀ ਅਪਣਾ ਲਈ। ਜਦੋਂ ਆਪ ਦਾ ਆਪ ਅਪਣਾ ਲਿਆ ਨਾ, ਫਿਰ ਸਾਡੇ ਵਿੱਚ ਕੁਦਰਤੀ ਗੱਲ ਹੈ ਗੁਰਮੁਖ ਪਿਆਰਿਓ, ਹਉਮੈ ਅਤੇ ਹੰਕਾਰ ਪੈਦਾ ਹੋ ਜਾਂਦਾ ਹੈ। ਉਹ ਫਿਰ ਗੁਰਮੁਖ ਪਿਆਰਿਓ ਨੁਕਸਾਨ ਕਰਦਾ ਹੈ, ਸਰੀਰਕ ਤੌਰ 'ਤੇ ਵੀ ਆਰਥਿਕ ਤੌਰ 'ਤੇ ਵੀ ਮਨੁੱਖ ਦਾ ਨੁਕਸਾਨ ਹੁੰਦਾ ਹੈ। ਹੁਣ ਆਪਾਂ ਦੁਨਿਆਵੀ ਗੱਲ ਕਰ ਲਈਏ, ਸਭ ਨੇ ਦੇਖਿਆ ਹੋਵੇਗਾ, ਕਿਉਂਕਿ ਘਟਨਾਵਾਂ ਮੈਂ ਤੁਹਾਡੇ ਨਾਲ ਤਾਂ ਸਾਂਝੀਆਂ ਕਰਦਾ ਹੁੰਨਾ ਵੀ ਜੇ ਅਸੀਂ ਗੁਰੂ ਤੋਂ ਦੂਰ ਗਏ ਤਾਂ ਅੱਜ ਸੰਸਾਰ ਦੇ ਵਿੱਚ ਦੇਖੋ ਹੋ ਕੀ ਰਿਹਾ। ਸੰਸਾਰ ਦੇ ਵਿੱਚ ਇਹ ਕਾਰਨ ਇੱਕੋ ਹੀ ਇੱਕ ਹੈ, ਅਸੀਂ ਗੁਰਬਾਣੀ ਤੋਂ ਦੂਰ ਚਲੇ ਗਏ, ਸਾਨੂੰ ਦੂਰ ਕਰ ਦਿੱਤਾ ਗੁਰਬਾਣੀ ਤੋਂ। ਹੁਣ ਕੱਲ ਤਰਨ ਤਾਰਨ ਦੀ ਗੱਲ ਹੈ, ਉੱਥੇ ਇੱਕ ਇਨਸਾਨ ਆਪਣੇ ਮਾਤਾ ਪਿਤਾ ਦੇ ਨਾਲ ਝਗੜਾ ਕਰਦਾ ਹੈ, ਬਹੁਤ ਜ਼ਿਆਦਾ। ਝਗੜੇ ਦਾ ਕਾਰਨ ਕੀ ਹੈ? ਜਰ ਜੋਰੂ ਅਤੇ ਜ਼ਮੀਨ। ਕਿੱਡੇ ਕਿੱਡੇ ਜੰਗ ਹੋ ਗਏ ਗੁਰਮੁਖ ਪਿਆਰਿਓ, ਕਤਲ ਹੋ ਜਾਇਆ ਕਰਦੇ ਨੇ। ਕੱਲ ਵੀ ਕੁਛ ਇਸੇ ਤਰ੍ਹਾਂ ਹੀ ਹੋਇਆ। ਪਿਤਾ ਦੇ ਕੋਲੇ 3 ਕਿੱਲੇ ਜ਼ਮੀਨ ਹੈ, ਉਹਨੇ ਕਹਿ ਦਿੱਤਾ ਭਾਈ 1.5 ਕਿੱਲਾ ਤੂੰ ਬਾ ਤੇ 1.5 ਦੇ ਸਿਰ ਤੇ ਅਸੀਂ ਗੁਜ਼ਾਰਾ ਕਰਦੇ ਹਾਂ, ਕਿਉਂਕਿ ਨਸਈ ਹੈ, ਮੰਨਦਾ ਨਹੀਂ ਪਿਤਾ ਦੀ ਗੱਲ, ਪਿਤਾ ਨੂੰ ਭੋਜਨ ਨਹੀਂ ਦਿੰਦਾ, ਪ੍ਰਸ਼ਾਦਾ ਪਾਣੀ ਨਹੀਂ ਦਿੰਦਾ। ਕਦੋਂ ਪਿਤਾ ਕਹਿੰਦਾ ਹੁੰਦਾ? ਜਦੋਂ ਮਜਬੂਰ ਕਰ ਦਿੰਦਾ ਬੱਚਾ। ਆ ਸੁਣਿਆ ਨਹੀਂ ਸੀ ਗੁਰਮੁਖ ਪਿਆਰਿਓ ਕਦੇ ਇਸ ਤਰ੍ਹਾਂ ਦੇ ਹਿੱਸੇ ਪੈਂਦੇ ਜਿਹੜੇ ਅੱਜ ਪੈ ਰਹੇ ਨੇ। ਕਿਉਂ ਪੈਂਦੇ ਨੇ? ਕਿਉਂਕਿ ਅਸੀਂ ਮਜਬੂਰ ਕਰਤਾ ਆਪਦੇ ਮਾਤਾ ਪਿਤਾ ਨੂੰ, ਅਸੀਂ ਦੂਰ ਕਰ ਦਿੱਤਾ ਉਹਨਾਂ ਨੂੰ ਆਪਦੇ ਆਪ ਤੋਂ, ਅਸੀਂ ਸਤਿਕਾਰ ਕਰਨਾ ਬੰਦ ਕਰ ਦਿੱਤਾ ਮਾਤਾ ਪਿਤਾ ਦਾ। ਕਿਉਂ? ਕਿਉਂਕਿ ਅਸੀਂ ਗੁਰਬਾਣੀ ਤੋਂ ਦੂਰ ਚਲੇ ਗਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੱਸ ਰਹੇ ਨੇ ਕਿ ਮਾਤਾ ਪਿਤਾ ਦਾ ਭਾਈ ਤੇ ਸਤਿਕਾਰ ਕਰਨਾ। ਹੁਣ ਗੁਰਬਾਣੀ ਕੋਲੇ ਅਸੀਂ ਆਉਂਦੇ ਕੋਈ ਨਹੀਂ, ਗੁਰੂ ਗ੍ਰੰਥ ਸਾਹਿਬ ਕੋਲੇ ਅਸੀਂ ਆਉਂਦੇ ਕੋਈ ਨਹੀਂ। ਅਸੀਂ ਸੁਣਦੇ ਕੀ ਆ? ਚੱਕ ਲੈ 47, ਚੱਕ ਲੈ ਰਿਵਾਲਵਰ, ਲੈ ਲੈ ਕਬਜੇ, ਫਲਾਣਾ ਕਰ ਲੈ, ਢੀਂਗੜਾ ਕਰ ਲੈ। ਸਾਡੀ ਉਹ ਜੀ ਸੋਚ ਹੋ ਗਈ ਗੁਰਮੁਖ ਪਿਆਰਿਓ। ਸਾਨੂੰ ਸਰਕਾਰਾਂ ਨੇ ਬੜਾ ਕੁਛ ਪਰੋਸ ਦਿੱਤਾ। ਮੈਂ ਪਹਿਲਾਂ ਵੀ ਬਚਨ ਕਰਦਾ ਹੁੰਨਾ, ਇੱਕ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਜਿਹੜਾ ਵਿਚਾਰਾ ਰੋਟੀ ਵੀ ਮੰਗ ਕੇ ਖਾਂਦਾ ਹੈ, ਕੁਝ ਕੁ ਪੈਸਿਆਂ 'ਤੇ ਗੁਜ਼ਾਰਾ ਕਰਨ ਵਾਸਤੇ ਮਜਬੂਰ ਹੈ, ਤੇ ਇੱਕ ਗਾਇਕ ਆਉਂਦਾ ਸਾਡੇ ਘਰੇ ਜਿਹਦੇ ਨਾਲ ਸਾਡਾ ਕੋਈ ਰਿਸ਼ਤਾ ਨਾਤਾ ਨਹੀਂ, ਕੋਈ ਉਹਨੇ ਸਾਡਾ ਭਲਾ ਨਹੀਂ ਮੰਗਣਾ, ਕੋਈ ਹੋਰ ਗੱਲਬਾਤ ਨਹੀਂ ਉਹਨੇ ਕਰਨੀ। ਉਹਨੇ 2 ਘੰਟੇ ਆਉਣਾ, ਸਾਡੀਆਂ ਬਹੂ ਬੇਟੀਆਂ ਨੂੰ ਸਟੇਜਾਂ 'ਤੇ ਨਚਾ ਕੇ ਜਾਂਦਾ। ਉਹ ਸਰੇਆਮ ਰੋ ਵਿਚਾਰ, ਜਿਹੜੀਆਂ ਕਿਸੇ ਸਮੇਂ ਦੇ ਵਿੱਚ ਬੇਟੀਆਂ ਸਾਡੀਆਂ ਇੱਜ਼ਤ ਹੋਇਆ ਕਰਦੀਆਂ ਸਨ, ਅੱਜ ਉਹ ਗਾਇਕ ਆ ਕੇ ਸਟੇਜਾਂ 'ਤੇ ਬਾਹਾਂ ਫੜ ਫੜ ਨੱਚਦੇ ਨੇ ਸਾਡੀਆਂ ਬੇਟੀਆਂ ਦੀ ਔਰ ਬਹੂਆਂ ਦੀ ਬਾਂਹ ਫੜ ਕੇ। ਜਦੋਂ ਆਉਣੇ ਅਸੀਂ ਉਸ ਸਮੇਂ ਉਹਨਾਂ ਲਈ ਬੜਾ ਸੁੰਦਰ ਭੋਜਨ ਤਿਆਰ ਕਰਦੇ ਹਾਂ। ਉਹ ਭੋਜਨ ਕੀ ਹੁੰਦਾ? ਮਾਂਸਾਹਾਰੀ। ਸਾਡੀ ਮੱਤ ਮਾਰੀ ਗਈ ਨਾ, ਅਸੀਂ ਗੁਰੂ ਤੋਂ ਦੂਰ ਹੋ ਗਏ। ਉਸ ਸਮੇਂ ਅਸੀਂ ਉਹਨਾਂ ਲਈ ਸਪੈਸ਼ਲ ਦੇਖਿਓ ਕਿਤੇ ਕੋਈ ਘਾਟ ਨਾ ਰਹਿ ਜਾਵੇ, ਨਾਲੇ ਸਾਡੇ ਨਾਲ ਉਹਦਾ ਕੋਈ ਰਿਸ਼ਤਾ ਨਾਤਾ ਨਹੀਂ ਹੈ, ਹੋ ਸਕਦਾ ਗੋਲੀ ਚਲਵਾ ਦੇਵੇ। ਦੇਖਿਆ ਉਹ ਸਾਰਿਆਂ ਨੇ ਵਿਆਹਾਂ ਦੇ ਵਿੱਚ ਕਈ ਦਫਾ ਗੀਤ ਸੁਣਨ ਪਿੱਛੇ ਹੀ ਗੋਲੀਆਂ ਚੱਲ ਜਾਂਦੀਆਂ ਨੇ, ਕਤਲ ਹੋ ਜਾਂਦੇ ਨੇ। ਆ ਪੈਲ ਦੇ ਲਾਗੇ ਇੱਕ ਵਿਆਹ ਦੇ ਵਿੱਚ ਮੈਂ ਖੁਦ ਗਿਆ ਹੋਇਆ ਸੀ, ਉੱਥੇ ਗੋਲੀ ਚੱਲੀ, ਉਹ ਲੱਗੀ ਕਿਹਨੂੰ? ਲਾੜੇ ਨੂੰ। ਆਨੰਦ ਕਾਰਜ ਹੋ ਗਏ। ਆਨੰਦ ਕਾਰਜਾਂ ਤੋਂ ਬਾਅਦ ਆ ਕੇ ਜਦੋਂ ਪੈਲਸ ਦੇ ਵਿੱਚ ਬੈਠੇ, ਗਾਇਕ ਲੱਗ ਗਿਆ,
ਇੱਕ ਕੁਝ ਸ਼ਾਇਦ ਗਾਣੇ ਨੂੰ ਲੈ ਕੇ ਝਗੜਾ ਹੋ ਗਿਆ, ਗੋਲੀ ਚੱਲ ਗਈ। ਜਿਹੜਾ ਲੜਕਾ ਗੁਰਮੁਖ ਪਿਆਰਿਓ ਵਿਆਹੁਣ ਵਾਸਤੇ ਆਇਆ ਸੀ ਉਹਦੇ ਗੋਲੀ ਲੱਗ ਗਈ। ਆਪਦਿਆਂ ਤੋਂ ਹੀ ਡੋਲੀ ਜਾਣ ਤੋਂ ਪਹਿਲਾਂ ਸਾਡੀ ਲੜਕੀ ਵਿਧਵਾ ਹੋ ਗਈ। ਕਦੇ ਦੇਖਿਆ ਵੀ ਗ੍ਰੰਥੀ ਸਿੰਘਾਂ ਨੇ ਲੜਾਈ ਕਰਾਈ ਹੋਵੇ? ਇਹ ਵਿਚਾਰੇ ਆਨੰਦ ਕਾਰਜ ਕਰਾਉਣ ਤੋਂ ਬਾਅਦ ਵੀ ਦੇਖਦੇ ਰਹਿੰਦੇ ਨੇ ਕਿ ਸਾਨੂੰ ਲੜਕੀ ਵਾਲੇ ਪੈਸੇ ਦੇਣਗੇ ਜਾਂ ਲੜਕੇ ਵਾਲੇ ਦੇਣਗੇ। ਜੇ ਕਹੇ ਵੀ ਦੇਣ ਗ੍ਰੰਥੀ ਸਿੰਘ ਜੀ 15, ਪਹਿਲੀ ਗੱਲ ਤਾਂ ਮੰਗਣ ਦਾ ਇਹਨਾਂ ਨੂੰ ਅਧਿਕਾਰ ਹੀ ਨਹੀਂ ਹੈ। ਦੇਖੋ ਦੁਰਭਾਗ ਕਿੱਡਾ ਹੈ। ਇੱਕ ਦਿਹਾੜੀਦਾਰ ਬੰਦਾ ਉਹ ਆਪਦੀ ਦਿਹਾੜੀ ਆਪ ਮੁਕਰਰ ਕਰਦਾ ਹੈ ਵੀ ਮੈਂ ਜੀ ਇੰਨੇ ਪੈਸੇ ਲਊਂ ਦਿਹਾੜੀ ਦੇ। ਇੱਕ ਗ੍ਰੰਥੀ ਸਿੰਘ ਹੈ ਜਿਹਨੂੰ ਇਹ ਪੁੱਛਣਾ ਪੈਂਦਾ ਜੀ ਮੈਨੂੰ ਕੀ ਦੇਵੋਗੇ। ਉਹਦੇ ਪਾਠ ਦਾ ਵੀ ਸੌਦਾ ਦੂਜਾ ਬੰਦਾ ਕਰਦਾ, ਉਹਦੀ ਮਹੀਨੇ ਦੀ ਮਿਹਨਤ ਦਾ ਵੀ ਦੂਜਾ ਬੰਦਾ ਸੌਦਾ ਕਰਦਾ। ਫਿਰ ਕਿੱਥੋਂ ਭਾਲਦੇ ਹੋ ਵੀ ਸਾਡੇ ਬੱਚੇ ਗੁਰਮੁਖ ਪਿਆਰਿਓ ਚੰਗੇ ਪਾਸੇ ਲੱਗ ਜਾਣਗੇ? ਇਹੋ ਜਿਹਾ ਹਾਲ ਹੈ ਸਾਡਾ। ਹੁਣ ਕੱਲ ਇਸੇ ਤਰ੍ਹਾਂ ਹੀ ਹੋਇਆ। ਪੋਤਾ ਆਪਦੇ ਦਾਦੇ ਨੂੰ ਬਚਾਉਣ ਵਾਸਤੇ ਅੱਗੇ ਹੋ ਗਿਆ। ਪਿਤਾ ਨੇ ਹਫਸ ਦੇ ਵਿੱਚ ਨਸ਼ੇ ਦੇ ਵਿੱਚ ਅੰਨੇ ਹੋਏ ਨੇ ਗੋਲੀ ਚਲਾਤੀ। 12 ਸਾਲ ਦਾ ਬੇਟਾ ਭੜਕਾ ਕੇ ਰੱਖਤਾ। ਆਪਦੇ ਦਾਦੇ ਨੂੰ ਬਚਾਉਂਦਾ ਪੋਤਾ ਮਰ ਗਿਆ। ਹੈ ਨਾ ਕਮਾਲ ਦੀ ਗੱਲ? ਕਿਉਂ ਅਸੀਂ ਦੂਰ ਚਲੇ ਗਏ ਗੁਰੂ ਗ੍ਰੰਥ ਸਾਹਿਬ ਤੋਂ? ਕਾਰਨ ਇਹੀ ਹੈ ਗੁਰਮੁਖ ਪਿਆਰਿਓ, ਲੱਭ ਲਿਓ ਕਾਰਨ। ਅਸੀਂ ਗੁਰੂ ਘਰ ਆਉਣਾ ਛੱਡ ਦਿੱਤਾ। ਜਦੋਂ ਅਸੀਂ ਨਹੀਂ ਆਉਂਦੇ ਸਾਡੇ ਬੱਚੇ ਕਿੱਥੋਂ ਆਉਣਗੇ? ਸਾਡੀਆਂ ਆਪ ਦੀਆਂ ਐਸੀਆਂ ਹਰਕਤਾਂ ਨੇ, ਸਾਡੇ ਬੱਚੇ ਕਿੱਥੋਂ ਆਉਣਗੇ ਗੁਰੂ ਘਰ? ਗੁਰਮੁਖ ਪਿਆਰਿਓ ਹੁਣ ਕਈ ਦਫਾ ਗੁਰੂ ਘਰਾਂ ਦੇ ਵਿੱਚ ਰਹੇ ਹਾਂ, ਬਾਬਾ ਜੀ ਸਾਡੇ ਪਿੰਡ ਬੱਚਿਆਂ ਨੂੰ ਪੜ੍ਹਾਇਓ, ਪੜ੍ਹਾ ਦਿੱਤਾ, ਬੱਚਿਆਂ ਨੂੰ ਪਾਠ ਕਰਨ ਲਾਤਾ, ਪਰ ਬਾਬਾ ਜੀ ਸਾਡੇ ਪਿੰਡ ਦੇ ਬੱਚੇ ਨੂੰ ਰਹਿ ਰਸ ਕਰਨ ਨਾ ਕਦੇ ਵੀ ਲਾਇਓ। ਕਮਾਲ ਦੀ ਗੱਲ ਹੈ। ਪੜ੍ਹਾਇਆ ਕਾਹਦੇ ਵਾਸਤੇ ਹੈ? ਇੱਕ ਦੋ ਜਗ੍ਹਾ ਤੇ ਤਾਂ ਆਹੀ ਝਗੜੇ ਹੋਏ ਨੇ ਮੇਰੇ ਨਾਲ। ਪੜ੍ਹਾਉਣ ਦੇ ਬਾਵਜੂਦ ਅਸੀਂ ਬਾਬਾ ਜੀ ਪੜ੍ਹਾਓ ਸਾਡੇ ਪਿੰਡ ਦੇ ਬੱਚਿਆਂ ਨੂੰ, ਪਰ ਅਸੀਂ ਪਾਠ ਨਹੀਂ ਕਰਨ ਦੇਣਾ। ਪਾਠ ਤੁਸੀਂ ਕਰੋ, ਤੁਹਾਨੂੰ ਅਸੀਂ 3-4 ਹਜ਼ਾਰ ਰੁਪਈਆ ਮਹੀਨੇ ਦਾ ਦੇ ਕੇ ਗੁਰਮੁਖ ਧੌਣ ਤੇ ਗੋਡਾ ਰੱਖੀ ਰੱਖਣਾ ਗ੍ਰੰਥੀ ਦੇ। ਇਹ ਹਾਲਾਤਾਂ ਦੇ ਵਿੱਚ ਨਾ ਸਮਝੋ ਵੀ ਸਾਡੀ ਔਲਾਦ ਸਿੱਧੇ ਰਸਤੇ ਪੈ ਜੂ। ਭਲਾ ਅਸੀਂ ਮੰਗ ਲਾਂਗੇ। ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਜਿਹੜਾ ਬੰਦਾ ਦਿਲ ਤੋਂ ਖੁਸ਼ ਨਹੀਂ, ਕਬੀਰ ਸਾਹਿਬ ਕਹਿੰਦੇ ਦਿਲ ਮੈਂ ਖੋਜ ਦਿਲੇ ਦਿਲ ਖੋਜੋ, ਇਹੀ ਠੌਰ ਮੁਕਾਮਾ। ਮਨ ਦੇ ਅੰਦਰ ਦਿਲ ਦੇ ਵਿੱਚ ਰੱਬ ਵਸਦਾ ਤੇ ਦਿਲ ਅਸੀਂ ਬੰਦੇ ਦਾ ਦੁਖੀ ਕਰਕੇ ਰੱਖਿਆ ਹੋਇਆ। ਉਹ ਕਦੋਂ ਤੁਹਾਡੇ ਵਾਸਤੇ ਅਰਦਾਸ ਕਰ ਦੂ? ਠੀਕ ਹੈ, ਉਹਦੀ ਮਜਬੂਰੀ, ਉਹ ਕਰ ਰਿਹਾ ਆਪਦਾ ਕੰਮ। ਇਹ ਕੋਈ ਵੀ ਹੈ ਗੁਰਮੁਖ ਪਿਆਰਿਓ। ਭਾਵ ਅਸੀਂ ਸਿੱਧੇ ਰਸਤੇ ਕਿਉਂ ਛੱਡ ਦਿੱਤਾ? ਰਸਤਾ ਛੋੜ ਕਰਸਤੇ ਤੁਰਿਆ ਸੋਈ ਧੱਕੇ ਖਾਂਦਾ। ਕਿਉਂ ਧੱਕੇ ਖਾ ਰਹੇ ਨੇ ਅੱਜ ਸਾਡੇ ਮਾਤਾ ਪਿਤਾ? ਆਸ਼ਰਮ ਕਿਉਂ ਬਣੇ? ਆਪਾਂ ਕਹਿੰਦੇ ਵੀ ਫਲਾਣਾ ਬੰਦਾ ਆਪਦੇ ਮਾਤਾ ਪਿਤਾ ਨੂੰ ਬਿਰਧ ਆਸ਼ਰਮ ਛੱਡਿਆ ਆ। ਜੇ ਉਹ ਬਣੇ ਤਾਂ ਹੀ ਛੱਡ ਕੇ ਆਏ ਨਾ। ਬਣੇ ਕਿਉਂ? ਅਸੀਂ ਮਜਬੂਰ ਕਰਿਆ ਬਣਾਉਣ ਵਾਸਤੇ। ਉਹ ਅੱਗੇ ਗੁਰਮੁਖ ਪਿਆਰਿਓ ਉਹਨਾਂ ਦਾ ਰੁਜ਼ਗਾਰ ਬਣ ਗਿਆ। ਜੇ ਅਸੀਂ ਘਰੇ ਨਹੀਂ ਆਪਦੇ ਮਾਂ-ਬਾਪ ਨੂੰ ਅਸੀਂ ਸਤਿਕਾਰ ਨਹੀਂ ਦੇ ਸਕੇ ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ ਹੈ, ਤਾਂ ਆਸ਼ਰਮਾਂ ਵਾਲੇ ਨਹੀਂ ਉਹਨਾਂ ਨੂੰ ਸਤਿਕਾਰ ਦਿੰਦੇ। ਉਹ ਕੀ ਲੱਗਦੇ ਨੇ ਉਹਨਾਂ ਦੇ? ਕਦੇ ਸੋਚਿਆ ਇਹ ਗੱਲ? ਅਸੀਂ ਦੂਰ ਚਲੇ ਗਏ ਗੁਰਮੁਖ ਪਿਆਰਿਓ। ਅੱਜ ਪਾਣੀ ਦੀ ਇੰਨੀ ਕਿੱਲਤ ਕਿਉਂ ਹੋ ਰਹੀ ਹੈ? ਕਿਉਂ ਹਾਲ ਦੁਹਾਈ ਹੋ ਰਹੀ ਹੈ? ਕਿਉਂਕਿ ਅਸੀਂ ਸੋਚਿਆ ਨਹੀਂ, ਅੰਨੇ ਬਾਹ ਬਸ ਇੱਕ ਆਪ ਦੇ ਸੁੱਖ ਵਾਸਤੇ, ਆਪ ਦੇ ਆਰਾਮ ਵਾਸਤੇ। ਸਾਡੇ ਆਰਾਮ ਕੀ ਨੇ? ਮੈਂ ਪਹਿਲਾਂ ਵੀ ਇੱਕ ਦਿਨ ਗੱਲ ਕਰੀ ਸੀ ਗੁਰਮੁਖ ਪਿਆਰਿਓ, ਆ ਕਾਰਨ ਕੀ ਬਣਿਆ ਕਤਲ ਹੋਣ ਦਾ? ਆ ਜਿਹੜਾ ਗਾਇਕ ਥੋੜ੍ਹੇ ਜਿਹੇ ਦਿਨ ਹੋਏ, 18 ਲੱਖ ਰੁਪਈਆ ਲੈਣਾ ਗੁਰਮੁਖ ਪਿਆਰਿਓ, 2-2 ਘੰਟਿਆਂ ਦਾ, ਬੜੇ ਬੜੇ ਮਹਿਲ ਉਸਾਰਤੇ। ਬਸ ਮਾਇਆ ਜਿਹੜੀ ਗੁਰਮੁਖ ਪਿਆਰਿਓ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਚਨ ਕਰਦੇ ਨੇ, ਇਨ ਮਾਇਆ
जग मोहनी जिन बिन दंतां जग खाया। कहते माया दींदी नहीं किसे नूं, जदों बुरक मारदी है तकलीफ नहीं होण दिंदी, क्योंकि दंदे ही नहीं है, पर खत्म कर दिंदी है इंसान नूं। करे ना बड़े बड़े खत्म करके बिठाते गुरमुख प्यारिओ, कारू ते सारू ਇਹੋ ਜਿਹੇ बादशाह जिन्हां ने कई कई गंज माया दे जोड़े। ਹੁਣ कई दफ़ा असी बाणी भी पढ़ते हैं, पर फिर भी गुरमुख प्यारिओ असी अंदरों नहीं पढ़ते। एक सिर्फ लोकां नूं दिखाउण वास्ते, दबदबा बनाउण वास्ते अडंबर रचिया होया है। बाणी पढ़ते नहीं, जे पढ़ते हैं तो उहदे कहे अनुसार चलते नहीं। पिता ने कह दिता पुत्र शहर नूं चले हैं, इन्ने क सौदे लेके आने ने, कोई होर चीज़ नहीं लेके आनी। हुण तां पहला पिता कहंदा है भी देख नहीं थोड़े जिहा इधर उधरों करके 2 बोतलें ही फड़ ली, उधर ही रख दी तूड़ी वाले। बच्चों नूं असीं सीधे रस्ते कित्थों पालांगे गुरमुख प्यारिओ। ते जे पिता फिर नहीं कहंदा, पिता हट गया, पिता ने अमृत छक लिया, बच्चे नूं किवें कह दूगा भी तूं हट जा? नहीं कह सकदा गुरमुख प्यारिओ। फिर उस तो बाद उन्हें गात्रा पा लिया, फिर गुरुद्वारे आना शुरू कर दिता। पर बच्चे नूं तां ला दिता ना पुट्ठे पासे। हुण जे बच्चे नूं ओह कहिंदा है भी तू बेटे आ काम ना करो, कहंदा कोई ना बापू तेरी उम्र चा के मैं गात्रा पा लूँ, मैं प्रधान बन जू गुरुद्वारे दा, मैं सेवादार बन जू। सो गुरमुख प्यारिओ असी गुरबाणी नाल जुड़े रहिए। उसदी घट पढ़ लो, पढ़ो सारी। जदों सारी गुरबाणी पढ़ांगे फिर पता लगदा भी गुरु ग्रंथ साहब असल दे विच सानू कहंदे की ने। हुण 1200 सफ़ा सारंग राग की कहंदे ने गुरु गरीब निवास सच्चे पातशाह महाराज समझाउणा करदे ने बच्चिआं नूं। जे साडे बच्चे पढ़नगे तां पता लगू ना। मैं आपदे पिता नाल लड़ पिया, मैं आपदी गल दसदा। संथਿਆ करदा सी, गुरु घर दे विच रहिंदा सी। बाबा जी ने एक शब्द पढ़िया, कहंदे भी बहादुर शाह दी कथा सुना दे, विचार सुना दे। पहलां तो गुरु घर च रहण करके मैं खोली तुरिया जाना हुन्ना कुछ ना कुछ। हुण वेले आ गुरमुख प्यारिओ, कोई ना कोई ग्रंथ खोल रखींदा, मोबाइल भी रखींदा कोले, ये भी एक किस्म दा ग्रंथ है। संसार बंद है, इहदे विच कुछ सुन लो, ये आपदी मर्जी है। शब्द पढ़िया उन्होंने, काहे पूत हों संग झगरत बाप, कहंदे सुना। अज तक गुरु साहब की हजूरी विच बैठिया माता चली गए संसार तो, पिता जी इत्थे ने गुरमुख प्यारिओ। पता नहीं कद्दी को उन्होंने साडे, जो भी साडे कोल 5-4 बिघे जमीन है भी कद्दी को उन्होंने साडे नौ कराई हुई है। असी 3 भरा, 3 भरावां दे विचों 4 साडे अगे बच्चे ने, किसी ने अज तक साडे बाप दे अजे मूहरे असी बोल के ही नहीं देखिया। पर बड़े बड़े जिहड़े धनाड़ लोग ने वो हिस्से पै रहे ने, मां दा हिस्सा अड, पिता दा अड। हुण इसे हिस्से ने कल कतल करवाता। कतल किहदा होया? जिहड़े बच्चे ने बेचारे ने जिंदगी ही नहीं देखी। 12 साल का बच्चा अपने दादे नूं बचाउंदा बचाउंदा पिता दे हत्थों मर गया। क्यों होया ये काम? क्योंकि असी गुरु नालों टुट गए, असी दिखावे दे रह गए, असी गुरबाणी नालों टुट गए, असी गलत रस्तियां ते चल पे। सो गुरमुख प्यारिओ बेनती, असी ये रस्तियां तो बचीए, असी गुरबाणी पढ़िया करिए, गुरबाणी दी विचार करिया करिए। जो सतगुरु ने सृष्टि साजी है, असी दृष्टि सतगुरु तो मंगिया करिए। सतगुरु सानू निगाह भी इहो जी दे दे भी तेरी साजी हुई सृष्टि नूं असी तेरा रूप करके जाणीए। जे सारी सृष्टि नूं असी उस रूप दे नाल देखांगे, साडे बच्चे देखणगे, उहदे विच मां बाप भैण भाई मासियां ताए ताए चाचियां चाचे सारे ही आउणगे गुरमुख प्यारिओ। फिर उत्थे वो पवित्र रिश्ते बन जाते हैं। अज रिश्ते इन्ने खटास क्यों आ गई? इसे करके आ गई असी गुरमुख प्यारिओ वो रब की बनाई हुई, जो गुरु तेग बहादुर महाराज जी ने शब्द कहा कि घट घट मैं हरजू बसै,
ਸਤਿਗੁਰੂ ਜੀ ਕਹਿੰਦੇ ਸਰੀਰ ਨਾ ਦੇਖ, ਹਿਰਦਾ ਦੇਖ। ਹਰ ਇੱਕ ਦੇ ਹਿਰਦੇ ਦੇ ਵਿੱਚ ਰੱਬ ਵਸਦਾ ਹੈ, ਹਰ ਇੱਕ ਹਿਰਦੇ ਦੇ ਵਿੱਚ ਪਰਮਾਤਮਾ ਦਾ ਵਾਸ ਹੈ। ਮਨੁੱਖ ਉਹਨੂੰ ਦੇਖਣਾ ਕਰ। ਕਬੀਰ ਸਾਹਿਬ ਕਹਿੰਦੇ ਦਿਲ ਮੈਂ ਖੋਜ ਦਿਲੇ ਦਿਲ ਖੋਜੋ, ਫਿਰ ਸਪੈਸ਼ਲ ਕਿਹਾ ਕਹਿੰਦੇ ਇਹ ਠੌਰ ਮੁਕਾਮ ਹੈ, ਮੁਕਾਮ ਰਹਿਣ ਵਾਲੀ ਜਗ੍ਹਾ। ਇੱਥੇ ਪਰਮਾਤਮਾ ਰਹਿੰਦਾ ਹੈ। ਗੁਰਮੁਖ ਪਿਆਰਿਓ, ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾਂ ਦੀ ਖਿਮਾ। ਅੰਮ੍ਰਿਤ ਵੇਲੇ ਜਾਗਿਆ ਕਰੋ, ਇਸ਼ਨਾਨ ਕਰਿਆ ਕਰੋ, ਗੁਰੂ ਘਰ ਆਇਆ ਕਰੋ, ਗੁਰੂ ਸਾਹਿਬ ਦੇ ਦਰਸ਼ਨ ਕਰਿਆ ਕਰੋ, ਗੁਰਬਾਣੀ ਪੜ੍ਹਿਆ ਕਰੋ, ਵਿਚਾਰ ਕਰਿਆ ਕਰੋ, ਵਿਚਾਰ ਸੁਣਿਆ ਕਰੋ, ਅਰਦਾਸ ਕਰਿਆ ਕਰੋ। ਸਰਬੱਤ ਦਾ ਭਲਾ ਜਦੋਂ ਮੰਗੋਗੇ ਉਹਦੇ 'ਚ ਆਪ ਦਾ ਭਲਾ ਵੀ ਹੋ ਜਾਂਦਾ ਹੈ, ਕਿਉਂਕਿ ਅਸੀਂ ਵੀ ਸਰਬੱਤ ਦੇ ਵਿੱਚ ਆ ਗਏ। ਗੁਰਮੁਖ ਪਿਆਰਿਓ, ਜਦੋਂ ਅਸੀਂ ਸਰਬੱਤ ਦਾ ਭਲਾ ਮੰਗਾਂਗੇ ਉਹਦੇ ਵਿੱਚ ਅਸੀਂ ਵੀ ਆ ਜਾਵਾਂਗੇ। ਸੋ ਗੁਰਮੁਖ ਪਿਆਰਿਓ, ਅਰਦਾਸ ਕਰਿਆ ਕਰੋ ਗੁਰੂ ਚਰਨਾਂ ਦੇ ਵਿੱਚ, ਤਾਂ ਕਿ ਅਸੀਂ ਵੀ ਲੋਕ ਸੁਖੀਏ, ਪਰਲੋਕ ਸਹੇਲੇ। ਆ ਲੋਕਾਂ ਦੇ ਵਿੱਚ ਰਹਿੰਦੇ ਹੋਏ ਵੀ ਸੁਖੀ ਰਹੀਏ ਤੇ ਪਰਲੋਕ ਦੇ ਵਿੱਚ ਜਾ ਕੇ ਵੀ ਸੁਖੀ ਰਹੀਏ। ਨਾਨਕ ਹਰ ਪ੍ਰਭ ਆਪੇ ਮੇਲੇ ਸਲੋਕ ਪਵਨ ਗੁਰੂ ਪਾਣੀ।